ਸੂਬੇਦਾਰ ਸ਼ਿਵ ਸਿੰਘ ਦੀ ਕਿਤਾਬ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਗਵਾਚੇ ਦਾ ਦੂਜਾ ਅਧਿਆਇ ਭਾਗ 2। ਹਾੜੀ ਦੀ ਪੱਕੀ ਹੋਈ ਫਸਲ ਦੀ ਵਾਢੀ ਤੇ ਸੰਭਾਲ ਹਰ ਸਾਲ। ਵਿਸਾਖੀ ਦੇ ਨੇੜੇ ਤੇੜੇ ਮੌਸਮ ਹੀ ਐਸਾ ਆ ਜਾਂਦਾ ਹੈ ਜਦੋਂ ਅਗੇਤੀ ਪਿਛੇਤੀ ਕਿਸਮ ਦੀ ਬੀਜੀ ਕਣਕ ਨੂੰ ਹਰ ਹਾਲਤ ਵਿੱਚ ਪੱਕਣਾ ਹੀ ਪੈਂਦਾ ਹੈ, ਭਾਵੇਂ ਉਸ ਨੂੰ ਜਿਤਨਾ ਮਰਜ਼ੀ ਪਾਣੀ ਦਿੰਦੇ ਰਹੋ। ਉਸ ਉੱਤੇ ਗਿਣਤੀ ਦੇ ਦਿਨਾਂ ਦਾ ਫਰਕ ਪੈਂਦਾ ਹੈ। ਉਸ ਵੇਲੇ ਕਣਕ ਦੇ ਹਰਿਆਲੀ ਹਰ ਰੋਜ਼ ਘਟਦੀ ਜਾਂਦੀ ਹੈ। ਉਹ ਪੱਕਣ ਵੱਲ ਮੋੜ ਕੱਟਣ ਲੱਗਦੀ ਹੈ ਅਤੇ ਉਸ ਉੱਤੇ ਪੀਲਾਪਣ ਹਰ ਰੋਜ਼ ਵੱਧਦਾ ਨਜ਼ਰ ਆਉਂਦਾ ਹੈ, ਜਿਸ ਨੂੰ ਦੇਖ ਕੇ ਕਿਸਾਨ ਪੁਰਾਣੇ ਸਮੇਂ ਵੇਲੇ ਭਰੀਆਂ ਬੰਨ੍ਹਣ ਵਾਸਤੇ ਬੇੜ ਵੱਟਦਾ, ਦਾਤੀਆਂ ਦੇ ਦੰਦੇ ਕਢਵਾ ਕੇ ਕਣਕ ਵੱਢਣ ਦੀ ਤਿਆਰੀ ਕਰਨ ਲੱਗਦਾ ਸੀ। ਉਸ ਸਮੇਂ ਫਿਕਰ ਵਿੱਚ ਡੁੱਬੇ ਨੂੰ ਖੁਸ਼ ਹੋ ਕੇ ਭੰਗੜੇ ਤੇ ਧਮਾਲਾਂ ਪਾਉਣ ਦਾ ਵੇਲ ਉਸ ਨੂੰ ਕਿੱਥੇ ਮਿਲਦਾ ਸੀ। ਇਹ ਕੰਮ ਤਾਂ ਵੇਲੜਾਂ ਦਾ ਹੈ, ਜੋ ਸਟੇਜਾਂ ਲਗਵਾ ਕੇ ਪੈਸੇ ਇਕੱਠੇ ਕਰਨ ਵਾਸਤੇ ਕਰਦੇ ਨੇ, ਅਤੇ ਉਹ ਕਣਕ ਦੀ ਵਾਢੀ ਵਾਲੇ ਸਖਤ ਕੰਮ ਦੇ ਨੇੜੇ ਤੋਂ ਵੀ ਲੰਘਦੇ ਨਹੀਂ ਹਨ। ਖੈਰ, ਹੁਣ ਵਰਗੇ ਮਸ਼ੀਨੀਕਰਨ ਦੇ ਯੁੱਗ ਵਿੱਚ ਕੰਬਾਈਨਾਂ ਦੀ ਮਦਦ ਨਾਲ ਅਤੇ ਇਸ ਤੋਂ ਪਹਿਲਾਂ ਹੜੰਬਿਆਂ ਅਤੇ ਗਹਾਈ ਮਸ਼ੀਨਾਂ ਅਤੇ ਟਰੈਕਟਰਾਂ ਦੀ ਮਦਦ ਨਾਲ ਕਣਕ ਦੀ ਸੰਭਾਲ ਕਰਨੀ ਬਹੁਤ ਸੌਖੀ ਹੋ ਗਈ ਸੀ। ਪਰ ਪਿਛਲੇ ਸਮਿਆਂ ਵਿੱਚ ਇਹ ਕੰਮ ਕਰਨ ਵਾਸਤੇ ਵੱਢੀ ਹੋਈ ਕਣਕ ਅਤੇ ਬੇੜੇ ਦੀਆਂ ਬੇੜਾਂ ਨਾਲ ਬੰਨੀਆਂ ਭਰੀਆਂ ਨੂੰ ਗੱਡਿਆਂ ਦੀ ਮਦਦ ਨਾਲ ਇੱਕ ਥਾਂ ਉੱਤੇ ਇਕੱਠਾ ਕਰਕੇ ਪਹਿਲੋਂ ਪਿੜ ਬਣਾਉਣਾ ਪੈਂਦਾ ਸੀ। ਮਗਰੋਂ ਲੱਕੜੀ ਦੀ ਚੁਗਾਠ ਵਰਗਾ ਬਣਿਆ ਹੋਇਆ ਫਲਾ, ਜੋ ਕੰਡਿਆਲੇ ਰੁੱਖਾਂ ਦੇ ਛਾਪੇ ਜਾਂ ਕਪਾਹ ਦੀਆਂ ਛਟੀਆਂ ਉਸ ਉੱਤੇ ਬੰਨ੍ਹ ਕੇ ਪਿੜ ਵਿੱਚ ਗੋਲ ਘੇਰੇ ਮੁਤਾਬਕ ਵੱਢੀ ਹੋਈ ਕਣਕ ਦੇ ਨਾਲ ਨੂੰ ਵਿਛਾ ਕੇ ਉਸ ਉੱਪਰ ਬਲਦਾਂ ਦੀ ਮਦਦ ਨਾਲ ਫਲੇ ਨੂੰ ਸਵੇਰ ਤੋਂ ਸ਼ਾਮ ਤੱਕ ਖਚਾਈ ਕਰਾ ਕੇ ਨਾੜ ਨੂੰ ਤੋੜ ਮਰੋੜ ਕੇ ਤੂੜੀ ਦਾ ਰੂਪ ਦੇ ਦਿੱਤਾ ਜਾਂਦਾ ਸੀ, ਜਿਸ ਨੂੰ ਗਾਹ ਕਿਹਾ ਜਾਂਦਾ ਸੀ। ਵੈਸੇ ਫਲੇ ਨੂੰ ਵੀ ਗੁਰਬਾਣੀ ਵਿੱਚ ਅੰਨ ਗਾਹ ਕਿਹਾ ਗਿਆ ਹੈ। ਮਗਰੋਂ ਗਾਹ ਇਕੱਠੀ ਕਰਕੇ ਹਵਾ ਚੱਲਣ ਵੇਲੇ ਛੱਜ ਤੇ ਛੱਜਲੀਆਂ ਦੀ ਮਦਦ ਨਾਲ ਤੂੜੀ ਤੇ ਦਾਣਿਆਂ ਨੂੰ ਵੱਖ-ਵੱਖ ਕਰਕੇ ਤੂੜੀ ਨੂੰ ਤੰਗਲਾਂ ਦੀ ਮਦਦ ਨਾਲ ਕੁੱਪਾਂ ਮੂਸਲਾਂ ਵਿੱਚ ਤੇ ਕਣਕ ਦੇ ਦਾਣਿਆਂ ਦੇ ਬਣੇ ਬੋਹਲ ਨੂੰ ਚਾਦਰਾਂ ਖੇਸਾਂ ਵਿੱਚ ਪੰਡਾਂ ਬੰਨ੍ਹ ਕੇ ਘਰਾਂ ਵਿੱਚ ਲੈ ਕੇ ਕੱਚੇ ਕੋਠਿਆਂ ਦੇ ਅੰਦਰ ਦੀਆਂ ਕੱਚੀਆਂ ਕੰਧਾਂ ਦੇ ਨਾਲ ਚੀਕਣੀ ਮਿੱਟੀ ਨਾਲ ਬਣੀਆਂ ਕੱਚੀਆਂ ਕੋਠੀਆਂ ਵਿੱਚ ਰੱਖ ਕੇ ਦਾਣੇ ਸੰਭਾਲੇ ਜਾਂਦੇ ਸਨ। ਇਸ ਵੇਲੇ ਸਾਰੇ ਪੁਰਾਣੇ ਘਰੇਲੂ ਸਾਧਨ ਅੱਜ ਕੱਲ੍ਹ ਅਲੋਪ ਹੋ ਚੁੱਕੇ ਆ, ਜਿਨ੍ਹਾਂ ਬਾਰੇ ਅਗਲੇ ਹਿੱਸੇ ਵਿੱਚ ਵਿਸਥਾਰ ਨਾਲ ਮੁੜ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇੱਥੇ ਜਿਹੜੀ ਗੱਲ ਕਹਿਣੀ ਜ਼ਰੂਰੀ ਹੈ ਉਹ ਹੈ, ਪੰਜਾਬ ਵਿੱਚ ਇਸ ਵੇਲੇ ਜਿਹੜੀ ਵੀ ਫਸਲ ਬੀਜੀ ਜਾਂਦੀ ਹੈ ਉਹ ਸ਼ਾਇਦ ਇੱਥੇ ਆਦਿ ਕਾਲ ਤੋਂ ਬੀਜੀ ਜਾਂਦੀ ਰਹੀ ਫਸਲ ਦੇ ਬੀਜ ਦੀ ਨਸਲ ਨਹੀਂ ਹੈ। ਉਸ ਨੂੰ ਖੇਤੀ ਮਹਿਕਮੇ ਵੱਲੋਂ ਬਦਲਣਾ ਪਿਆ ਹੈ। ਉਸ ਦੀ ਪਛਾਣ ਬਾਰੇ ਮੈਨੂੰ ਚੇਤਾ ਆ ਰਿਹਾ ਕਿ 1960 ਈਸਵੀ ਤੋਂ ਪਹਿਲਾਂ ਜੋ ਕਣਕ ਖੇਤਾਂ ਵਿੱਚ ਖੜੀ ਦੇਖੀ ਸੀ, ਉਸ ਦੇ ਨਾੜ ਦੀ ਉਚਾਈ ਮੌਜੂਦਾ ਬੀਜੀ ਜਾਂਦੀ ਕਣਕ ਨਾਲੋਂ ਉੱਚੀ ਹੁੰਦੀ ਸੀ। ਉਸ ਦਾ ਪ੍ਰਾਪਤ ਹੁੰਦਾ ਝਾੜ ਭਾਵੇਂ ਘੱਟ ਸੀ, ਪਰ ਉਸ ਦੇ ਆਟੇ ਤੋਂ ਬਣੀ ਰੋਟੀ ਮਿੱਠੀ ਅਤੇ ਘੱਟ ਸੁੱਕਦੀ ਕਰਕੇ ਕੂਲੀ ਰਹਿੰਦੀ ਅਤੇ ਸਵਾਦੀ ਹੁੰਦੀ ਸੀ। ਇਹੀ ਗੁਣ ਮੱਕੀ ਵਿੱਚ ਅਤੇ ਦੇਸੀ ਕਮਾਦ ਅਤੇ ਦੂਸਰੀਆਂ ਫਸਲਾਂ ਵਿੱਚ ਵੀ ਸੀ। ਹੋ ਸਕਦਾ ਖੇਤੀ ਮਹਿਕਮੇ ਨੇ ਇੱਥੇ ਵੱਧਦੀ ਆਬਾਦੀ ਦੀ ਲੋੜ ਪੂਰੀ ਕਰਨ ਵਾਸਤੇ ਮੌਜੂਦਾ ਬੀਜੀਆਂ ਜਾਂਦੀਆਂ ਫਸਲਾਂ ਦੇ ਬੀਜ ਨੂੰ ਜ਼ਿਆਦਾ ਝਾੜ ਦੇਣ ਵਾਲੀਆਂ ਫਸਲਾਂ ਦਾ ਕਰਕੇ ਦੂਸਰੇ ਦੇਸ਼ਾਂ ਤੋਂ ਬੀਜ ਮੰਗਵਾਇਆ ਹੋਵੇ ਜਾਂ ਆਪ ਤਜਰਬੇ ਕਰਕੇ ਤਿਆਰ ਕੀਤਾ ਹੋਵੇ। ਮੈਨੂੰ ਯਾਦ ਆ ਰਿਹਾ 1964-65 ਈਸਵੀ ਵੇਲੇ ਜਦੋਂ ਲੇਖਕ ਨਾਗਾਲੈਂਡ ਵਿੱਚ ਫੌਜੀ ਡਿਊਟੀ ਉੱਤੇ ਸੀ, ਇੱਕ ਭੁੱਜੀ ਹੋਈ ਮੱਕੀ ਦੀ ਛੱਲੀ ਦੇ ਦਾਣੇ ਜਦੋਂ ਚੱਬਣ ਦਾ ਮੌਕਾ ਮਿਲਿਆ ਤਦ ਉਹਨਾਂ ਦੀ ਮਿਠਾਸ ਨੇ ਮੈਨੂੰ 1947 ਈਸਵੀ ਤੋਂ ਪਹਿਲੋਂ ਦੇ ਵੇਲੇ ਦਾ ਚੇਤਾ ਕਰਾ ਦਿੱਤਾ ਸੀ। ਦੀਆਂ ਫਸਲਾਂ ਦੀ ਬਿਜਾਈ ਪੰਜਾਬ ਵਿੱਚ 1962-63 ਈਸਵੀ ਵਿੱਚ ਹੋਈ ਮਰੱਬਾਬੰਦੀ ਵੇਲੇ ਤੋਂ ਥੋੜ੍ਹਾ ਮਗਰੋਂ ਵੀ ਅਤੇ ਬਹੁਤਾ ਪਹਿਲੋਂ ਤੋਂ ਵੀ ਬੰਜਰ ਖੇਤਾਂ ਬਾਰੇ ਇਹ ਪਰੰਪਰਾ ਚਲੀ ਆਉਂਦੀ ਸੀ ਕਿ ਪਾਣੀ ਹੇਠਲੇ ਰਕਬੇ ਤੋਂ ਬਗੈਰ ਜੋ ਖੇਤ ਆਬਾਦੀ ਤੋਂ ਦੂਰ ਹੁੰਦੇ ਸਨ, ਬੰਜਰ ਹੋਣ ਕਰਕੇ ਉਹਨਾਂ ਵਿੱਚ ਬੀਜੀ ਜਾਂਦੀ ਫਸਲ ਭਾਵੇਂ ਹਾੜੀ ਦੀ ਹੋਵੇ ਜਾਂ ਸਾਉਣੀ ਦੀ ਹੋਵੇ, ਸਿਰਫ ਬਾਰਿਸ਼ ਉੱਤੇ ਨਿਰਭਰ ਹੁੰਦੇ ਸਨ। ਇਸ ਕਰਕੇ ਕਿਸਾਨਾਂ ਨੇ ਬੰਜਰ ਖੇਤਾਂ ਨੂੰ ਦੋ ਪਾਸਿਆਂ ਵਿੱਚ ਵੰਡਿਆ ਹੋਇਆ ਹੁੰਦਾ ਸੀ। ਭਾਵ ਪਿੰਡ ਦੇ ਇੱਕ ਪਾਸੇ ਬੰਜਰ ਖੇਤਾਂ ਵਿੱਚ ਫਸਲ ਬੀਜ ਦਿੰਦੇ ਸਨ ਅਤੇ ਦੂਜੇ ਪਾਸੇ ਨੂੰ ਅਗਲੀ ਵਾਰ ਬੀਜਣ ਵਾਸਤੇ ਤਿਆਰ ਕਰਦੇ ਰਹਿੰਦੇ ਸਨ ਅਤੇ ਪਾਸੇ ਬਦਲਦੇ ਰਹਿੰਦੇ ਸਨ। ਬੀਜਣ ਵਾਲੇ ਪਾਸੇ ਵਿੱਚ ਪਹਿਲੋਂ ਕਣਕ ਬੀਜੀ ਜਾਂਦੀ ਸੀ ਅਤੇ ਉੱਥੇ ਹੀ ਅਗਲੀ ਫਸਲ ਸਾਉਣੀ ਦੀ ਵਾਰੀ ਹੁੰਦੀ ਸੀ। ਇਸੇ ਹੀ ਤਰ੍ਹਾਂ ਦੂਸਰੇ ਪਾਸੇ ਵੀ ਇਵੇਂ ਹੀ ਹੁੰਦਾ ਸੀ। ਪਿਛਲੇ ਸਮੇਂ ਵੇਲੇ ਫਸਲ ਪੁਰਾਣੇ ਤਰੀਕੇ ਨਾਲ ਹੀ ਸੰਭਾਲਦਿਆਂ ਕਾਫੀ ਸਮਾਂ ਲੱਗ ਜਾਂਦਾ ਸੀ। ਕਣਕ ਸੰਭਾਲਦਿਆਂ ਸਾਰ ਗਰਮੀ ਵੱਧ ਕੇ ਆਪਣਾ ਜਲਵਾ ਵਿਖਾਉਣ ਲੱਗ ਪੈਂਦੀ ਸੀ। ਕੜਾਕੇ ਦੀ ਗਰਮੀ ਵਿੱਚ ਤੱਤੀ ਹਵਾ ਵਗਦੀ, ਹਨੇਰੀਆਂ ਆਉਂਦੀਆਂ, ਨਵਾਬ ਰੋਲੇ ਗੋਲ ਚੱਕਰ ਬਣਦੇ, ਇੱਧਰ ਉੱਧਰ ਘੁੰਮ ਕੇ ਅੰਧ ਵਿਸ਼ਵਾਸ ਪੈਦਾ ਕਰਦੇ, ਹਵਾ ਚੱਲਣੀ ਬੰਦ ਹੋ ਕੇ ਹੁੰਮ ਬਣਦਾ, ਜੋ ਨਿਕਟ ਭਵਿੱਖ ਵਿੱਚ ਬਾਰਿਸ਼ ਦੇ ਮੌਸਮ ਦੇ ਆਉਣ ਦਾ ਸੰਕੇਤ ਦਿੰਦਾ, ਤਾਂ ਕਿਸਾਨ ਵੀ ਅਵੇਸਰਾ ਨਹੀਂ ਸੀ ਰਹਿੰਦਾ, ਬਲਕਿ ਸਾਉਣੀ ਦੀ ਫਸਲ ਦਾ ਬੀਜ ਤਿਆਰ ਕਰਕੇ ਲੋਹੇ ਦੀ ਪੋਰ ਨੂੰ ਲੱਕੜੀ ਦੇ ਹਲ ਦੇ ਪਿਛਲੇ ਪਾਸੇ ਬੰਨ੍ਹ ਕੇ ਕਮਰ ਕੱਸੇ ਬੰਨ੍ਹ ਤਿਆਰ ਰਹਿੰਦਾ ਸੀ ਅਤੇ ਬਾਰਿਸ਼ ਸ਼ੁਰੂ ਹੁੰਦੇ ਸਾਰ ਬਣਾਈ ਹੋਈ ਰੂਪ ਰੇਖਾ ਮੁਤਾਬਕ ਬੀਜ ਨੂੰ ਸਿਰ ਉੱਤੇ ਰੱਖ ਕੇ ਹਲ ਲੈ ਕੇ ਕਣਕ ਦੇ
ਵੱਢ ਵਾਲੇ ਖੇਤਾਂ ਵਿੱਚ ਪਹੁੰਚ ਕੇ ਆਪਣੀ ਸੋਚ ਮੁਤਾਬਕ ਬਾਜਰੇ ਜਾਂ ਮੋਠਾਂ ਦੇ ਬੀਜ ਨੂੰ ਪੋਰ ਨਾਲ ਪੋਰਦਾ ਜਾਂ ਛੱਟਾ ਦੇ ਜਾਂਦਾ ਤੇ ਹਲ ਵਾਹ ਕੇ ਮਿੱਟੀ 'ਚ ਮਿਲਾ ਦਿੰਦਾ ਸੀ। ਪੁਰਾਣੇ ਸਮੇਂ ਤੋਂ ਲੈ ਕੇ ਇਸ ਦੋਨਾਂ ਦੀ ਧਰਤੀ ਦੇ ਬੰਜਰ ਖੇਤਾਂ ਵਿੱਚ ਸਿਰਫ ਮੋਠ ਬਾਜਰੇ ਦੀ ਹੀ ਫਸਲ ਬੀਜੀ ਜਾਂਦੀ ਚਲੀ ਆ ਰਹੀ ਸੀ, ਜਿਸ ਕਰਕੇ ਇਸ ਇਲਾਕੇ ਦੀ ਧਰਤੀ ਨੂੰ ਮੋਠ ਬਾਜਰੇ ਦੀ ਧਰਤੀ ਦੇ ਨਾਂ ਨਾਲ ਪੁਕਾਰਿਆ ਜਾਂਦਾ ਰਿਹਾ ਹੈ। ਪਿੰਡ ਵਿੱਚ ਪਾਣੀ ਹੇਠ ਰਕਬਾ ਸਿਰਫ ਪਿੰਡਾਂ ਦੇ ਨੇੜੇ ਤੇ ਬਹੁਤ ਘੱਟ ਹੁੰਦਾ ਸੀ। ਬਾਕੀ ਦੂਰ ਤੱਕ ਬੰਜਰ ਤੇ ਬੇਆਬਾਦ ਜ਼ਮੀਨ ਹੁੰਦੀ ਸੀ, ਜਿੱਥੇ ਕੰਢਿਆਂ ਵਾਲੇ ਜੰਗਲੀ ਰੁੱਖ ਜਿਵੇਂ ਬੇਰੀਆਂ, ਸੰਘਣੇ, ਮਲੇ, ਫਲਾਈਆਂ, ਕਿਕਰਾਂ, ਠੋਹਰ, ਬੂਝਿਆਂ ਦੇ ਸੰਘਣੇ, ਝੱਲ, ਸਰਕੰਡਾ, ਪੋਲੀ ਤੇ ਲੇਜੜਾ ਹੁੰਦਾ ਸੀ, ਜੋ ਖੁੰਖਾਰ ਮਾਸਾਹਾਰੀ ਜੰਗਲੀ ਜਾਨਵਰਾਂ ਨੂੰ ਬਹੁਤ ਰਾਸ ਬੈਠਦਾ ਸੀ। ਉੱਥੇ ਉਹਨਾਂ ਦਾ ਹੀ ਰਾਜ ਚੱਲਦਾ ਸੀ। ਸੰਵਾਰੇ ਹੋਏ ਬੰਜਰ ਖੇਤਾਂ ਵਿੱਚ ਬਾਜਰੇ ਦੀ ਫਸਲ ਤਾਂ ਬਾਰਿਸ਼ਾਂ ਨਾਲ ਚੰਗੀ ਹੋ ਜਾਂਦੀ ਸੀ, ਪਰ ਮੋਠਾਂ ਦੀ ਫਸਲ ਘੱਟ ਹੁੰਦੀ ਤੇ ਭਾਅ ਵੀ ਘੱਟ ਲੱਗਦਾ ਸੀ, ਜਿਸ ਕਰਕੇ ਕਿਸਾਨ ਘਾਟੇ ਵਿੱਚ ਰਹਿੰਦਾ ਸੀ। ਉਸ ਦੇ ਘਰ ਵਿੱਚ ਗਰੀਬੀ ਪਸਰੀ ਹੀ ਰਹਿੰਦੀ ਸੀ। ਇਸੇ ਲਈ ਕਿਸਾਨ ਨੇ ਮੋਠਾਂ ਨੂੰ ਬੀਜਣਾ ਬੰਦ ਕਰਕੇ ਮੂੰਗਫਲੀ ਦੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਸੀ, ਜੋ 1965 ਈਸਵੀ ਤੋਂ ਲਗਭਗ 1980 ਈਸਵੀ ਤੱਕ ਇਹ ਬੀਜੀ ਜਾਂਦੀ ਰਹੀ ਹੈ। ਪਰ ਇਸ ਦਾ ਭਾਅ ਵੀ 2-2.5 ਰੁਪਏ ਪ੍ਰਤੀ ਕਿਲੋ ਹੀ ਉਸ ਵੇਲੇ ਲੱਗਦਾ ਸੀ। ਇਸ ਨਾਲ ਵੀ ਗਰੀਬੀ ਦੂਰ ਨਾ ਹੁੰਦੀ। ਫਿਰ ਕਿਸਾਨਾਂ ਨੇ ਮੋਟਰਾਂ ਵਾਸਤੇ ਬਿਜਲੀ ਦੇ ਪਾਵਰ ਕਨੈਕਸ਼ਨ ਲੈ ਕੇ ਬੰਜਰ ਖੇਤਾਂ ਦਾ ਜ਼ਮੀਨੀ ਪੱਧਰ ਠੀਕ ਕਰਾ ਕੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨਾਲ ਉਹਨਾਂ ਦੀ ਆਰਥਿਕਤਾ ਵਿੱਚ ਥੋੜ੍ਹਾ ਸੁਧਾਰ ਤਾਂ ਆਇਆ। ਪਰ ਮੋਟਰਾਂ ਦੀ ਗਿਣਤੀ ਬਹੁਤ ਹੀ ਵਧਣ ਤੇ ਝੋਨੇ ਨੂੰ ਪਾਣੀ ਦੀ ਜ਼ਿਆਦਾ ਲੋੜ ਨੇ ਧਰਤੀ ਹੇਠੋਂ ਜ਼ਿਆਦਾ ਪਾਣੀ ਖਿੱਚ ਕੇ ਖੂਹਾਂ ਨੂੰ ਨਕਾਰਾ ਹੀ ਨਹੀਂ ਕੀਤਾ, ਸਗੋਂ ਪਾਣੀ ਦਾ ਲੈਵਲ ਧਰਤੀ ਹੇਠਾਂ ਬਹੁਤ ਦੂਰ ਤੱਕ ਡੂੰਘਾ ਕਰ ਦਿੱਤਾ ਸੀ। ਪਾਣੀ ਹੇਠਲੇ ਰਕਬੇ ਵਿੱਚ ਸਾਉਣੀ ਦੀਆਂ ਫਸਲਾਂ ਦੀ ਬਿਜਾਈ। ਬੰਜਰ ਖੇਤਾਂ ਵਿੱਚ ਕਿਸਾਨ ਸਾਉਣੀ ਦੀ ਫਸਲ ਬੀਜ ਕੇ ਸੰਭਾਲੀ ਹੋਈ ਗੋਬਰ ਦੀ ਰੂੜੀ ਨੂੰ ਗੱਡੇ ਦੀ ਮਦਦ ਨਾਲ ਪਾਣੀ ਹੇਠਲੇ ਖੇਤਾਂ ਤੱਕ ਲੈ ਕੇ ਜਾਂਦਾ ਅਤੇ ਬਰਾਬਰ ਖਿਲਾਰ ਕੇ ਹਲ ਨਾਲ ਮਿੱਟੀ ਵਿੱਚ ਮਿਲਾ ਕੇ ਤੇ ਸੁਹਾਗੀ ਦੇ ਕੇ ਮੱਕੀ ਦੇ ਬੀਜ ਨੂੰ ਪੋਰ ਨਾਲ ਪੋਰਦਾ ਜਾਂ ਕੇਰੇ ਨਾਲ ਕੇਰ ਕੇ ਬੀਜ ਕੇ ਸੁਹਾਗੀ ਦੇ ਦਿੰਦਾ ਸੀ ਤੇ ਵੱਟਾਂ ਬਣਾਉਣ ਵਾਲੇ ਸਾਧਨ ਜਿੰਦਰੇ ਨਾਲ ਵੱਟਾਂ ਬਣਾ ਦਿੰਦਾ ਸੀ। ਉਸ ਵੇਲੇ ਪਾਣੀ ਹੇਠਲੇ ਪੂਰੇ ਦੇ ਪੂਰੇ ਰਕਬੇ ਵਿੱਚ ਸਿਰਫ ਮੱਕੀ ਹੀ ਬੀਜੀ ਜਾਂਦੀ ਸੀ। ਮੱਕੀ ਦੇ ਖੇਤ ਦੇ 4 ਚਫੇਰੇ ਬਾਜਰੇ ਦੇ 2-4 ਕੁ ਸਿਆੜ ਉਸ ਦੀ ਰਾਖੀ ਵਾਸਤੇ ਜ਼ਰੂਰ ਬੀਜ ਦਿੱਤੇ ਜਾਂਦੇ ਸਨ। ਜੋ ਪਸ਼ੂਆਂ ਦੇ ਪੱਠਿਆਂ ਦੀ ਥੋੜ੍ਹ ਨਜ਼ਰ ਆਵੇ ਤਾਂ ਕੁਝ ਰਕਬੇ ਵਿੱਚ ਬਾਜਰਾ, ਚਰੀ ਜਾਂ ਗੁਆਰਾ ਵੀ ਬੀਜ ਦਿੱਤਾ ਜਾਂਦਾ ਰਿਹਾ। ਉਹ ਐਸਾ ਵੇਲਾ 1970 ਤੋਂ 1975 ਈਸਵੀ ਤੋਂ ਪਹਿਲਾਂ ਦਾ ਸੀ, ਜਦੋਂ ਅਜੇ ਮੋਟਰ ਨੂੰ ਬਿਜਲੀ ਦੇ ਕਨੈਕਸ਼ਨ ਨਹੀਂ ਮਿਲੇ ਸਨ। ਤਦ ਖੇਤਾਂ ਨੂੰ ਪਾਣੀ ਖੂਹਾਂ ਤੇ ਵਿਰਲੇ ਵੇਲੇ ਬੋਰ ਹੋਣ ਕਰਕੇ ਡੀਜ਼ਲ ਇੰਜਣਾਂ ਦੀ ਮਦਦ ਨਾਲ ਦਿੱਤਾ ਜਾਂਦਾ ਸੀ। ਝੋਨਾ ਵੀ ਘੱਟ ਬੀਜਿਆ ਜਾਂਦਾ ਸੀ, ਸਿਰਫ ਮੱਕੀ ਦੀ ਫਸਲ ਹੀ ਬੀਜੀ ਜਾਂਦੀ ਸੀ। ਪਰ ਕੁਝ ਹੋਰ ਰਕਬੇ ਵਿੱਚ ਦਾਲਾਂ ਜਿਵੇਂ ਮਾਂ, ਹਰਵਾਂ, ਮੂੰਗੀ ਤੇ ਅਰਹਰ ਵੀ ਬੀਜ ਦਿੱਤੀ ਜਾਂਦੀ ਰਹੀ ਹੈ। ਸਾਉਣੀ ਦੀ ਫਸਲ ਦੀ ਗੋਡੀ ਤੇ ਸੰਭਾਲ। ਪਸ਼ੂਆਂ ਵਾਸਤੇ ਬੀਜਿਆ ਚਾਰਾ ਭਾਵੇਂ ਕਿਸੇ ਵੀ ਮੌਸਮੀ ਫਸਲ ਦਾ ਹੋਵੇ, ਉਸ ਦੀ ਗੋਡੀ ਕਰਨ ਦੀ ਲੋੜ ਘੱਟ ਹੀ ਪੈਂਦੀ ਸੀ। ਸਾਉਣੀ ਦੀ ਫਸਲ ਜੋ ਬੰਜਰ ਜ਼ਮੀਨ ਵਿੱਚ ਬੀਜੀ ਜਾਂਦੀ ਸੀ, ਜਿਵੇਂ ਮੋਠਾਂ ਤੇ ਮੂੰਗਫਲੀ ਵਿੱਚੋਂ ਕਾਹੀ, ਕਰਾ, ਤਿੱਬ, ਛਲਾਰਾ ਅਤੇ ਮਾਕੜੂ ਵਰਗੇ ਨਦੀਨਾਂ ਨੂੰ ਰੰਬੇ ਨਾਲ ਸਾਫ਼ ਕੀਤਾ ਜਾਂਦਾ ਸੀ। ਇਸ ਤਰ੍ਹਾਂ ਕਰਨ ਨਾਲ ਫਸਲ ਨੂੰ ਵਧਣ ਫੁੱਲਣ ਵਿੱਚ ਮਦਦ ਮਿਲ ਜਾਂਦੀ ਸੀ। ਪਰ ਪਾਣੀ ਹੇਠਲੇ ਰਕਬੇ ਵਿੱਚ ਬੀਜੀ ਮੱਕੀ ਨੂੰ ਗੋਡੀ ਕਰਨ ਨਾਲ ਇੱਕ ਤਾਂ ਉੱਥੇ ਉੱਗਿਆ ਮੋਥਾ, ਖੋਪਰਾ, ਇੱਟ-ਸਿੱਟ ਖਤਮ ਹੋ ਜਾਂਦੀ ਸੀ। ਦੂਸਰਾ, ਗੋਡੀ ਕੀਤੀ ਹੋਈ ਨਾਲ ਮਿੱਟੀ ਪੋਲੀ ਹੋ ਕੇ ਮੱਕੀ ਦੀ ਬਹੁਤ ਜਲਦੀ ਸਿਹਤ ਵੀ ਬਣ ਜਾਂਦੀ ਸੀ। ਇੰਝ ਮੱਕੀ ਨੂੰ ਗੁੱਡਣਾ ਬਹੁਤ ਲਾਹੇਵੰਦ ਹੁੰਦਾ ਸੀ। ਜਦੋਂ ਮੱਕੀ ਤੇ ਮੂੰਗਫਲੀ ਪੱਕਣ ਦੇ ਨੇੜੇ ਆਉਂਦੀਆਂ ਸਨ, ਤਦ ਉਹਨਾਂ ਦੀ ਰਾਖੀ ਕਾਵਾਂ ਤੇ ਤੋਤਿਆਂ ਤੋਂ ਕਰਨੀ ਪੈਂਦੀ ਸੀ। ਮਾਲਵੇ ਵਿਖੇ ਤਾਂ ਪੁਰਾਣੇ ਸਮੇਂ ਵੇਲੇ ਮੱਕੀ ਦੇ ਖੇਤਾਂ ਵਿਚਕਾਰ ਨਿਗਰਾਨੀ ਵਾਸਤੇ ਮੱਕੀ ਤੋਂ ਉੱਚੇ ਬੱਲੀਆਂ ਗੱਡ ਕੇ ਉਸ ਦੇ ਉੱਪਰ ਬੈਠਣ ਵਾਸਤੇ ਬਨੌਟੀ ਛੱਤ ਪਾ ਕੇ ਮਣੇ ਬਣਾਏ ਜਾਂਦੇ ਸਨ, ਜਿਸ ਉੱਪਰ ਪਰਿਵਾਰ ਦਾ ਇੱਕ ਮੈਂਬਰ ਰਾਖੀ ਕਰਨ ਲਈ ਹਰ ਵੇਲੇ ਹੱਥ ਵਿੱਚ ਗੁਲੇਲ ਜਾਂ ਗੋਪੀਆਂ ਅਤੇ ਰੋੜੇ ਤਿਆਰ ਰੱਖਦਾ ਸੀ। ਸਾਉਣੀ ਦੀ ਫਸਲ ਦੀ ਕਟਾਈ, ਸੰਭਾਲ। ਸਾਉਣੀ ਦੀ ਪੱਕੀ ਫਸਲ ਵਿੱਚੋਂ ਮੋਠਾਂ ਤੇ ਮੂੰਗਫਲੀ ਨੂੰ ਰੰਬਿਆਂ ਨਾਲ ਪੁੱਟ ਕੇ ਲਾਂਘੇ ਬਣਾ ਕੇ ਫਿਰ ਇੱਕ ਥਾਂ ਉੱਤੇ ਇਕੱਠਾ ਕਰਕੇ ਸਰੰਗ ਨਾਲ ਫਲੀਆਂ ਅਤੇ ਪੱਤਿਆਂ ਨੂੰ ਗੂਣੇ ਤੋਂ ਵੱਖ ਕਰਕੇ ਫਸਲ ਕੱਢੀ ਜਾਂਦੀ ਸੀ ਤੇ ਮੰਡੀ 'ਚ ਵੇਚਣ ਲਈ ਲਿਜਾਇਆ ਜਾਂਦਾ ਸੀ। ਇਹਨਾਂ ਦਾ ਭੂ ਪੱਤੇ ਤੇ ਗੂਣਾ ਪਸ਼ੂਆਂ ਦੇ ਵਧੀਆ ਚਾਰੇ ਦਾ ਕੰਮ ਕਰਦਾ ਸੀ। ਬਾਜਰੇ ਦੀ ਫਸਲ ਜਦੋਂ ਅਜੇ ਹਰੀ ਹੀ ਹੁੰਦੀ ਸੀ ਤਾਂ ਪਸ਼ੂਆਂ ਦੇ ਚਾਰੇ ਲਈ ਵਰਤੀ ਜਾਂਦੀ ਸੀ, ਜਾਂ ਸੁਕਾ ਕੇ ਮੁਹਾਰੇ ਲਾ ਕੇ ਸਰਦੀਆਂ ਵੇਲੇ ਪਸ਼ੂਆਂ ਲਈ ਚਾਰੇ ਵਾਸਤੇ ਸੰਭਾਲ ਕੇ ਰੱਖੀ ਜਾਂਦੀ ਸੀ। ਉਸ ਦੇ ਪੱਕੇ ਹੋਏ ਸਿੱਟਿਆਂ ਨੂੰ ਕੁੱਟ ਕੇ ਦਾਣੇ ਕੱਢ ਕੇ ਅਗਲੇ ਸਾਲ ਵਾਸਤੇ ਬੀਜ ਦੇ ਤੌਰ 'ਤੇ ਰੱਖ ਲਏ ਜਾਂਦੇ ਸਨ। ਮੱਕੀ ਦੀ ਪੱਕੀ ਹੋਈ ਫਸਲ ਨੂੰ ਕੱਟ ਕੇ ਮੁਹਾਰੇ ਲਾਏ ਜਾਂਦੇ ਸਨ। ਕੁਝ ਦਿਨਾਂ ਮਗਰੋਂ ਮੁਹਾਰਿਆਂ ਨੂੰ ਖੇਤ ਵਿੱਚ ਹੀ ਖਿਲਾਰ ਕੇ ਲੱਕੜੀ ਦੀਆਂ ਬਣਾਈਆਂ ਹੋਈਆਂ ਤਿੱਖੀਆਂ ਕਿੱਲੀਆਂ ਨਾਲ ਛੱਲੀ ਦਾ ਪਰਦਾ ਪਾੜ ਕੇ ਛੱਲੀਆਂ ਕੱਢ ਕੇ ਘਰ ਦੇ ਵਿਹੜੇ ਜਾਂ ਘਰ ਦੀ ਛੱਤ ਉੱਪਰ ਸੁਕਾਉਣ ਵਾਸਤੇ ਖਿਲਾਰ ਦਿੱਤੀਆਂ ਜਾਂਦੀਆਂ ਸਨ।
ਛੱਤ ਵਾਲੀਆਂ ਛੱਲੀਆਂ ਨੂੰ ਛੱਤ ਵਿਚਕਾਰ ਰੱਖੇ ਮੋਗੇ ਰਾਹੀਂ ਅੰਦਰ ਸੁੱਟ ਕੇ ਮੋਟੇ ਡੰਡਿਆਂ ਯਾਨੀ ਮੋਗਲਿਆਂ ਨਾਲ ਕੁੱਟ ਕੇ ਦਾਣੇ ਤੇ ਗੁੱਲ ਵੱਖ-ਵੱਖ ਕਰ ਲਏ ਜਾਂਦੇ ਸਨ। ਮੱਕੀ ਦੇ ਟਾਂਡਿਆਂ ਦੀਆਂ ਪੂਲੀਆਂ ਬੰਨ੍ਹ ਕੇ ਮੁਹਾਰੇ ਲਾ ਕੇ ਆਉਣ ਵਾਲੀਆਂ ਸਰਦੀਆਂ ਵੇਲੇ ਪਸ਼ੂਆਂ ਦੇ ਚਾਰੇ ਦੀ ਥੋੜ ਨੂੰ ਪੂਰਾ ਕਰਨ ਵਾਸਤੇ ਰੱਖ ਲਿਆ ਜਾਂਦਾ ਸੀ। ਅੱਜ ਕੱਲ੍ਹ ਖੇਤੀ ਸੱਭਿਆਚਾਰ ਦੇ ਸਾਰੇ ਧੰਦੇ ਮਸ਼ੀਨੀਕਰਨ ਹੋ ਜਾਣ ਕਰਕੇ ਬਹੁਤ ਸੁਖਾਲੇ ਹੀ ਨਹੀਂ ਹੋਏ ਨੇ, ਸਗੋਂ ਕੰਮ ਦੇ ਢੰਗ ਤਰੀਕੇ ਵੀ ਬਦਲ ਗਏ ਨੇ। ਭਾਵੇਂ ਜਿਸ ਤਰ੍ਹਾਂ ਦਾ ਖੇਤੀ ਸੱਭਿਆਚਾਰ ਮੌਜੂਦਾ ਕਾਲ ਵੇਲੇ ਚੱਲ ਰਿਹਾ ਹੈ, ਜੋ ਪੁਰਾਣੇ ਸਮੇਂ ਦੇ ਕਿਸਾਨਾਂ ਨੂੰ ਇਸ ਤਰ੍ਹਾਂ ਦਾ ਵਿਰਸੇ ਵਿੱਚ ਵੀ ਨਹੀਂ ਮਿਲਿਆ ਸੀ, ਜੇ ਵਿਗਿਆਨੀ ਜਿਵੇਂ ਹੋਰ ਖੋਜਾਂ ਵਿੱਚ ਸਫਲ ਹੋ ਰਹੇ ਨੇ, ਜੇ ਇਸ ਤਰ੍ਹਾਂ ਭੂਤਕਾਲ ਦੇ ਵੱਖ-ਵੱਖ ਵੇਲਿਆਂ ਵੇਲੇ ਸਵਰਗਵਾਸ ਹੋ ਚੁੱਕੇ ਮਸ਼ਹੂਰ ਕਿਸਾਨਾਂ ਨੂੰ ਵਰਤਮਾਨ ਖੇਤੀ ਸੱਭਿਆਚਾਰ ਦਿਖਾਉਣ ਵਾਸਤੇ ਭਾਵੇਂ ਥੋੜ੍ਹੇ ਸਮੇਂ ਵਾਸਤੇ ਹੀ ਸਹੀ ਮੁੜ ਸੁਰਜੀਤ ਕਰ ਸਕਣ ਵਿੱਚ ਸਫਲ ਹੋ ਸਕਦੇ ਹੁੰਦੇ, ਤਦੋਂ ਆਪਣੇ ਵੇਲੇ ਦੀ ਤੁਲਨਾ ਵਰਤਮਾਨ ਵੇਲੇ ਨਾਲ ਕਰਕੇ ਆਪਣੇ ਮਨ ਵਿੱਚ ਕਿਹੋ ਜਿਹਾ ਵਿਚਾਰ ਲਿਆਉਂਦੇ ਤੇ ਸੋਚਦੇ ਕਿ ਨਹੀਂ ਲੱਭਣੇ ਰੰਗ ਗੁਆਚੇ। ਪਰ ਇਹ ਤਾਂ ਇੱਕ ਕਲਪਨਾ ਹੈ ਜੋ ਕਦੇ ਵੀ ਸੱਚ ਨਹੀਂ ਹੋ ਸਕਦੀ। ਲਿਖਣ ਦਾ ਭਾਵ ਪਿਛਲੇ ਸਮੇਂ ਤੋਂ ਸਾਡੇ ਵਿਰਸੇ ਤੇ ਧਰਤੀ ਦੀ ਸੁੰਦਰਤਾ ਵਿੱਚ ਵੱਡੀ ਤਬਦੀਲੀ ਆ ਚੁੱਕੀ ਹੈ, ਜਿਸ ਦਾ ਸਫ਼ਰ ਫਿਰ ਚਾਲੂ ਹੈ। ਸੱਭਿਆਚਾਰ ਬਦਲ ਰਿਹਾ ਹੈ। ਵਪਾਰਕ ਫਸਲਾਂ ਤੇ ਉਹਨਾਂ ਦਾ ਫਸਲੀ ਚੱਕਰ, ਇਹ ਐਸੀਆਂ ਫਸਲਾਂ ਹੁੰਦੀਆਂ ਹਨ ਜੇਕਰ ਇਹਨਾਂ ਨੂੰ ਖੇਤੀ ਵਿਗਿਆਨੀਆਂ ਦੇ ਦੱਸਣ ਮੁਤਾਬਕ ਬੀਜਿਆ, ਪਾਲਿਆ ਤੇ ਸੰਭਾਲਿਆ ਜਾਵੇ ਤਾਂ ਕਿਸਾਨਾਂ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ ਤੇ ਗਰੀਬੀ ਵੀ ਦੂਰ ਹੋ ਸਕਦੀ ਹੈ। ਪਰ ਇਹ ਕੰਮ ਸਿਰਫ ਪੜ੍ਹੇ ਲਿਖੇ ਅਗਾਂਹ ਵਧੂ ਤੇ ਅਮੀਰ ਕਿਸਾਨ ਹੀ ਕਰਦੇ ਹਨ। ਥੋੜ੍ਹੀ ਜ਼ਮੀਨ ਵਾਲੇ ਗਰੀਬ ਕਿਸਾਨ ਤਾਂ ਪੁਰਾਣੀਆਂ ਫਸਲਾਂ ਤੇ ਢੰਗ ਤਰੀਕਿਆਂ ਨੂੰ ਹੀ ਅਪਣਾਉਂਦੇ ਆ ਰਹੇ ਹਨ। ਜਿੱਥੇ ਇਹਨਾਂ ਫਸਲਾਂ ਨੂੰ ਅਪਣਾਉਣਾ ਬਹੁਤ ਵੱਡੇ ਹੌਸਲੇ ਤੇ ਸੂਝ-ਬੂਝ ਦੀ ਲੋੜ ਹੁੰਦੀ ਹੈ, ਉੱਥੇ ਨਵੀਨਤਮ ਖੇਤੀ ਔਜ਼ਾਰਾਂ ਤੇ ਖੇਤੀ ਮਾਹਰਾਂ ਨਾਲ ਸੰਪਰਕ ਬਣਾਏ ਰੱਖਣ ਦੀ ਲੋੜ ਵੀ ਬਹੁਤ ਜ਼ਰੂਰੀ ਹੈ। ਇਹਨਾਂ ਫਸਲਾਂ ਵਿੱਚ ਖੇਤੀ ਵਿਗਿਆਨੀਆਂ ਵੱਲੋਂ ਖੋਜਾਂ ਕਰਕੇ ਫਸਲਾਂ ਦੀਆਂ ਉੱਤਮ ਅਤੇ ਜ਼ਿਆਦਾ ਝਾੜ ਯਾਨੀ ਲਾਭ ਦੇਣ ਵਾਲੀਆਂ ਫਸਲਾਂ ਦੇ ਬੀਜ ਪ੍ਰਾਪਤ ਕਰਨਾ ਤੇ ਆਈ ਕੋਈ ਵੀ ਨਵੀਂ ਤਬਦੀਲੀ ਦੀ ਜਾਣਕਾਰੀ ਲੈਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਤਦ ਹੀ ਨਵੀਂ ਫਸਲ ਬੀਜਣ ਵਿੱਚ ਸਫਲਤਾ ਮਿਲ ਸਕਦੀ ਹੈ। ਫਸਲ ਦੇ ਬੀਜਣ ਦਾ ਸਮਾਂ, ਉਮਰ, ਬੀਜ ਦੀ ਮਿਕਦਾਰ, ਲੋੜ ਮੁਤਾਬਕ ਖਾਦਾਂ, ਕਿਸੇ ਬਿਮਾਰੀ ਦਾ ਹਮਲਾ ਹੋ ਜਾਣ ਤੇ ਦਵਾਈਆਂ ਦੇ ਸਪਰੇਅ ਕਰਨ ਬਾਰੇ ਵੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਤਦ ਹੀ ਕਿਸਾਨੀ ਆਰਥਿਕਤਾ ਨੂੰ ਚੰਗਾ ਹੁਲਾਰਾ ਮਿਲ ਸਕਦਾ ਹੈ। ਇਹਨਾਂ ਫਸਲਾਂ ਵਿੱਚ ਆਲੂ, ਖਰਬੂਜਾ, ਹਦਵਾਣਾ, ਚੁਕੰਦਰ, ਸੂਰਜਮੁਖੀ ਤੇ ਮੱਕੀ ਦੀਆਂ ਉન્નਤ ਕਿਸਮਾਂ ਸ਼ਾਮਲ ਹਨ। ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਫਸਲੀ ਚੱਕਰਾਂ ਵਿੱਚ ਵੰਡ ਕੇ ਬੀਜਣਾ ਚਾਹੀਦਾ ਹੈ। ਕਈ ਕਿਸਾਨ ਤਾਂ ਆਲੂਆਂ ਦੀਆਂ 2 ਫਸਲਾਂ ਬੀਜ ਲੈਂਦੇ ਹਨ। ਖੇਤੀ ਯੂਨੀਵਰਸਿਟੀ ਲੁਧਿਆਣਾ ਨੇ ਆਪਣੀ ਸਥਾਪਤੀ 1968 ਈਸਵੀ ਤੋਂ ਮਗਰੋਂ ਖੇਤੀ ਫਸਲਾਂ ਵਿੱਚ ਸੁਧਾਰ ਲਿਆਉਣ ਲਈ ਬਹੁਤ ਹੀ ਮਿਹਨਤ ਕੀਤੀ ਹੈ। ਉਸ ਦੇ ਮਾਹਰ ਵਿਗਿਆਨੀਆਂ ਨੇ ਵਪਾਰਕ ਫਸਲਾਂ ਤੋਂ ਬਗੈਰ ਦੂਸਰੀਆਂ ਫਸਲਾਂ ਜਿਵੇਂ ਕਣਕ ਅਤੇ ਝੋਨੇ ਵਰਗੀਆਂ ਹੋਰ ਫਸਲਾਂ ਵਿੱਚ ਵੀ ਬਹੁਤ ਸੁਧਾਰ ਕੀਤੇ ਨੇ। ਜਿਵੇਂ ਕਣਕ ਦੀਆਂ ਹੀ ਬਹੁਤ ਕਿਸਮਾਂ ਦੀਆਂ ਵੰਨਗੀਆਂ ਹੁਣ ਤੱਕ ਖੇਤਾਂ ਵਿੱਚ ਬੀਜੀਆਂ ਜਾ ਚੁੱਕੀਆਂ ਹਨ। ਸ਼ੁਰੂ ਵਿੱਚ ਕਲਿਆਣ ਕਿਸਮ ਦੀ ਕਣਕ ਨੇ ਕਿਸਾਨਾਂ ਨੂੰ ਬਹੁਤ ਲਾਭ ਪਹੁੰਚਾਇਆ ਸੀ। ਉਸ ਤੋਂ ਮਗਰੋਂ PV 18, 57 ਨੰਬਰ ਤੇ ਮਗਰੋਂ ਨਵੀਆਂ ਕਿਸਮਾਂ ਦੀ ਕਣਕ ਦੇ ਬੀਜ ਖੇਤਾਂ ਵਿੱਚ ਬੀਜਣ ਵਾਸਤੇ ਕਿਸਾਨਾਂ ਨੂੰ ਮਿਲਦੇ ਰਹੇ ਨੇ। ਇਸੇ ਤਰ੍ਹਾਂ ਹੀ ਦੂਸਰੀਆਂ ਫਸਲਾਂ ਵਿੱਚ ਤਰੱਕੀ ਹੋਈ ਹੈ। ਜ਼ਮੀਨੀ ਸੁਧਾਰ, ਵੈਸੇ ਤਾਂ ਪੂਰੇ ਪੰਜਾਬ ਵਿੱਚ ਹੀ ਜ਼ਮੀਨੀ ਸੁਧਾਰ ਬਹੁਤ ਹੋਇਆ, ਪਰ ਜੇ ਦੁਆਬੇ ਦੇ ਇੱਕ ਛੋਟੇ ਜਿਹੇ ਹਿੱਸੇ ਇਸ ਦੋਨਾਂ ਭੂਗੋਲਿਕ ਇਕਾਈਆਂ ਦੀ ਗੱਲ ਕਰੀਏ ਤਾਂ ਇੱਥੇ ਪੁਰਾਣੇ ਸਮੇਂ ਦੇ ਵੇਲੇ ਵਾਲੀ ਨਾ ਬਦਲੀ ਜਾ ਸਕਣ ਵਾਲੀ ਜ਼ਮੀਨੀ ਹਾਲਤ ਜੋ ਬਦਲਣੀ ਅਸੰਭਵ ਲੱਗਦੀ ਸੀ, ਹੁਣ ਕਾਫੀ ਬਦਲ ਕੇ ਬਾਕੀ ਵੀ ਅਗਲੇ ਸਾਲਾਂ ਵਿੱਚ ਪੂਰੀ ਦੀ ਪੂਰੀ ਬਦਲ ਜਾਣ ਦੀ ਸੰਭਾਵਨਾ ਬਣ ਗਈ ਹੈ। ਇੱਥੇ ਉੱਚੇ ਰੇਤ ਦੇ ਟਿੱਬਿਆਂ, ਕੰਡਿਆਲੇ ਰੁੱਖਾਂ ਤੇ ਸਲਵਾੜ ਦੇ ਸੰਘਣੇ ਬੂਝਿਆਂ ਦੇ ਡਰਾਉਣੇ ਝੱਲਾਂ ਵਾਲੇ ਜ਼ਮੀਨੀ ਟੁਕੜੇ ਮਾਲਵੇ ਤੇ ਰਾਜਸਥਾਨ ਦੇ ਇੱਕ ਟਾਪੂ ਦਾ ਭੁਲੇਖਾ ਪਾਉਂਦਾ ਹੁੰਦਾ ਸੀ। ਹੁਣ ਇੱਥੇ ਦਾ ਪਿਛਲਾ ਪੂਰੇ ਦਾ ਪੂਰਾ ਖੇਤੀ ਸੱਭਿਆਚਾਰ ਵੀ ਬਦਲ ਗਿਆ, ਕਿਉਂਕਿ 1962-63 ਈਸਵੀ ਤੋਂ ਹੋਈ ਮੁਰੱਬੇਬੰਦੀ ਨੇ ਕਿਸਾਨਾਂ ਦੇ ਛੋਟੇ ਖੇਤੀ ਟੁਕੜਿਆਂ ਨੂੰ ਇਕੱਠਾ ਕਰਕੇ ਵੱਡੇ ਟੱਕ ਬਣਾ ਦਿੱਤੇ ਨੇ। ਉੱਥੋਂ ਤੱਕ ਚੌੜੇ ਰਾਹ ਬਣਾ ਕੇ ਪਿੰਡਾਂ ਨਾਲ ਉਹਨਾਂ ਨੂੰ ਜੋੜ ਦਿੱਤਾ ਹੈ, ਜਿਸ ਨਾਲ ਕਿਸਾਨਾਂ ਦੇ ਹੌਸਲੇ ਵਧਣ ਕਰਕੇ ਉਹਨਾਂ ਨੇ ਆਪਣੇ ਟੱਕ ਦੇ ਘੇਰੇ ਵਿੱਚ ਆਏ ਜੰਗਲ ਨੂੰ ਪੁੱਟ ਕੇ ਉਚੇਰੇ ਰਤੀਲੇ ਟਿੱਬਿਆਂ ਨੂੰ ਬਲਡੋਜ਼ਰਾਂ, ਟਰੈਕਟਰਾਂ ਦੀ ਮਦਦ ਨਾਲ ਪੱਧਰਾ ਕਰਕੇ ਜ਼ਮੀਨੀ ਲੈਵਲ ਨੂੰ ਸੋਹਣਾ ਤੇ ਠੀਕ ਕਰਕੇ ਇਕਸਾਰਤਾ ਲੈ ਆਂਦੀ ਹੈ। ਵਿਰਸੇ ਵਿੱਚ ਮਿਲੀ ਮਾੜੀ ਜ਼ਮੀਨੀ ਹਾਲਤ ਨੂੰ ਬਦਲ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਕਿਸਾਨਾਂ ਨੇ ਬਿਜਲੀ ਦੀ ਪਾਵਰ ਦੇ ਮੋਟਰਾਂ ਵਾਸਤੇ ਕਨੈਕਸ਼ਨ ਲੈ ਕੇ ਰਿਹਾਇਸ਼ ਵੀ ਖੇਤਾਂ ਵਿੱਚ ਲੈ ਆਂਦੀ ਹੈ। ਇਸ ਦਾ ਫਾਇਦਾ ਇਹ ਵੀ ਹੋਇਆ ਕਿ ਬਹੁਤ ਸਾਰੀ ਐਵੇਂ ਖਾਲੀ ਰਹਿੰਦੀ ਬੰਜਰ ਜ਼ਮੀਨ ਨੇ ਪਾਣੀ ਹੇਠਲੇ ਰਕਬੇ ਵਿੱਚ ਸ਼ਾਮਲ ਹੋ ਕੇ ਸਿਰਫ ਫਸਲ ਵਿੱਚ ਹੀ ਵਾਧਾ ਨਹੀਂ ਕੀਤਾ, ਸਗੋਂ ਜ਼ਮੀਨ ਦਾ ਸੁੰਦਰੀਕਰਨ ਵੀ ਹੋਇਆ, ਕਿਉਂਕਿ ਉੱਥੇ ਸੁੰਦਰ ਰੁੱਖ ਵੀ ਲੱਗ ਚੁੱਕੇ ਹਨ। ਵੱਗ ਛੱਡਣਾ, ਪਿੰਡਾਂ ਤੋਂ ਦੂਰ ਵਾਧੂ ਤੇ ਖਾਲੀ ਪਈ ਸਾਂਝੀ ਜ਼ਮੀਨ ਜਿੱਥੇ ਜੰਗਲੀ ਘਾਹ ਹੀ ਘਾਹ ਦੂਰ ਤੱਕ ਨਜ਼ਰ ਆਉਂਦਾ ਹੁੰਦਾ ਸੀ, ਉੱਥੇ ਪਿੰਡ ਦੇ ਕੁਝ ਪਰਿਵਾਰਾਂ ਦੇ ਵਾਧੂ ਘਾਟੂ ਪਸ਼ੂਆਂ ਨੂੰ ਇਕੱਠੇ ਕਰਕੇ ਚਾਰ ਕੇ ਲਿਆਉਣ ਨੂੰ ਵੱਗ ਛੱਡਣਾ ਜਾਂ ਚਾਰਨਾ ਕਿਹਾ ਜਾਂਦਾ ਸੀ। ਇਹ ਕੰਮ ਪਿੰਡ ਦੇ ਐਸੇ ਬੇਰੁਜ਼ਗਾਰ ਨੌਜਵਾਨ ਲੋਕ ਕੁਝ ਗਿਣਤੀ ਵਿੱਚ ਮਿਲ ਕੇ ਕਰਦੇ ਹੁੰਦੇ ਸਨ ਜੋ ਘਰੋਂ ਬਹੁਤ ਹੀ ਗਰੀਬ ਹੁੰਦੇ ਸਨ। ਉਹਨਾਂ ਵਾਸਤੇ ਇਹ ਰੁਜ਼ਗਾਰ ਦਾ ਸਾਧਨ ਹੁੰਦਾ ਸੀ। ਉਹ ਵਿਗੜੇ ਹੋਏ ਪਸ਼ੂਆਂ ਨੂੰ ਠੀਕ ਰੱਖਣ ਵਾਸਤੇ ਹੱਥ ਵਿੱਚ ਮਜ਼ਬੂਤ ਸੋਟਾ ਜਾਂ ਡਾਂਗ ਰੱਖਦੇ ਹੁੰਦੇ ਤੇ ਮਾਰਨ ਖੰਡ ਪਸ਼ੂ ਵੀ ਉਹਨਾਂ ਤੋਂ ਡਰਦੇ ਸਨ।
ਅਤੇ ਉਹ ਜੰਗਲੀ ਜਾਨਵਰਾਂ ਤੋਂ ਵੀ ਵੱਗ ਵਿਚਲੇ ਪਸ਼ੂਆਂ ਦੀ ਸੁਰੱਖਿਆ ਵੀ ਕਰਦੇ ਸਨ। ਹਰ ਉਮਰ, ਹਰ ਵਰਗ ਤੇ ਹਰ ਲਿੰਗ ਵਾਲੇ ਪਸ਼ੂਆਂ ਦੇ ਬਹੁਤ ਵੱਡੇ ਇਕੱਠ ਸਮੂਹ ਨੂੰ ਪਸ਼ੂਆਂ ਦਾ ਵੱਗ ਕਿਹਾ ਜਾਂਦਾ ਸੀ ਤੇ ਉਹਨਾਂ ਨੂੰ ਚਾਰਨ ਵਾਲੇ ਮਨੁੱਖਾਂ ਨੂੰ ਬਾਗੀ ਆਖਿਆ ਜਾਂਦਾ ਸੀ। ਪਿੰਡ ਦੇ ਐਸੇ ਪਰਿਵਾਰ ਜਿਨ੍ਹਾਂ ਨੇ ਪਸ਼ੂ ਜ਼ਰੂਰ ਰੱਖੇ ਹੋਏ ਸਨ ਪਰ ਉਹਨਾਂ ਵਾਸਤੇ ਪੱਠਿਆਂ ਜਾਂ ਨਿਚਾਰੇ ਦਾ ਬੰਦੋਬਸਤ ਨਹੀਂ ਕਰ ਸਕਦੇ, ਉਹ ਹਰ ਰੋਜ਼ ਨਿਰਧਾਰਤ ਸਮੇਂ ਤੇ ਆਪਣੇ ਪਸ਼ੂਆਂ ਨੂੰ ਘਰ ਤੋਂ ਰੱਸੇ ਖੋਲ੍ਹ ਕੇ ਉਸ ਸਾਂਝੀ ਥਾਂ ਤੱਕ ਛੱਡ ਆਉਂਦੇ ਸੀ ਜਿੱਥੇ ਵੱਗ ਇਕੱਠਾ ਹੋ ਕੇ ਚੁਗਣ ਜਾਂਦਾ ਹੁੰਦਾ ਸੀ ਤੇ ਪਸ਼ੂ ਬਾਗੀ ਦੇ ਹਵਾਲੇ ਹੋ ਜਾਂਦੇ ਸਨ। ਜਦੋਂ ਸਾਰੇ ਪਸ਼ੂ ਬਾਗੀ ਦੇ ਹਵਾਲੇ ਹੋ ਜਾਂਦੇ ਸੀ ਤਦ ਜਿਸ ਚਰਾਂਦਾ ਵੱਲ ਵੱਗ ਲੈ ਕੇ ਜਾਣਾ ਹੁੰਦਾ ਸੀ ਤੇ ਬਾਗੀ ਪਸ਼ੂਆਂ ਨੂੰ ਉਸ ਚਰਾਂ ਦੇ ਰਾਹ ਪਾ ਕੇ ਉੱਥੇ ਪਹੁੰਚਾ ਦਿੰਦੇ ਸਨ। ਪਸ਼ੂ ਤਾਂ ਰਾਤ ਦੇ ਭੁੱਖੇ ਹੋਣ ਕਰਕੇ ਘਾਹ ਚਰਨ ਵਿੱਚ ਮਸਤ ਹੋ ਜਾਂਦੇ ਤੇ ਬਾਕੀ ਪਸ਼ੂਆਂ ਵੱਲ ਨਿਗਰਾਨੀ ਵੀ ਰੱਖਦੇ ਤੇ ਢੋਲੇ ਦੇ ਗੀਤ ਵੀ ਗਾਉਂਦੇ ਸਨ। ਮਨ ਜਾਂ ਪਸੰਦ ਦੇ ਗੀਤ ਉਹ ਗਾਉਣ ਲੱਗ ਪੈਂਦੇ ਸਨ। ਉਹਨਾਂ ਦੇ ਜ਼ਿਆਦਾ ਗੀਤ ਬਾਲੋ ਮਾਹੀਆ ਦੀਆਂ ਲੰਬੀਆਂ ਹਿੱਕਾਂ ਦੇ ਹੁੰਦੇ ਸਨ। ਇਸ ਤਰ੍ਹਾਂ ਉਹ ਮਨ ਪਰਚਾਵਾ ਵੀ ਕਰਦੇ ਰਹਿੰਦੇ ਸਨ। ਜਿਹੜਾ ਵਿਗੜਿਆ ਹੋਇਆ ਜਾਂ ਪਹਿਲੀ ਵਾਰ ਵੱਗ ਵਿੱਚ ਪਸ਼ੂ ਸ਼ਾਮਲ ਹੋਇਆ ਹੁੰਦਾ ਅਤੇ ਚਰਨ ਦੀ ਥਾਂ ਇੱਧਰ ਉੱਧਰ ਦੌੜ ਕੇ ਬਾਗੀਆਂ ਨੂੰ ਤੰਗ ਕਰਦਾ ਹੁੰਦਾ ਤਦ ਬਾਗੀ ਉਸ ਨੂੰ ਫੜ ਕੇ ਗਲ ਵਿੱਚ ਰੱਸੀ ਬੰਨ੍ਹ ਕੇ ਡੇਹਾ ਪਾ ਦਿੰਦੇ ਸਨ, ਜੋ ਦੌੜਦੇ ਸ਼ਰਾਰਤੀ ਪਸ਼ੂਆਂ ਦੇ ਗੋਡਿਆਂ 'ਤੇ ਵਾਰ-ਵਾਰ ਵੱਜ ਕੇ ਉਸ ਨੂੰ ਸੱਟਾਂ ਮਾਰਦਾ ਤੇ ਪਸ਼ੂ ਨੂੰ ਭਲਾ ਮਾਨਸ ਬਣਾ ਦਿੰਦਾ ਸੀ। ਕੁਝ ਦਿਨਾਂ ਮਗਰੋਂ ਜਦ ਉਹ ਵੀ ਦੂਸਰੇ ਪਸ਼ੂਆਂ ਵਰਗਾ ਬਣ ਜਾਂਦਾ, ਡੇਹਾ ਉਤਾਰ ਦਿੱਤਾ ਜਾਂਦਾ ਸੀ। ਪਸ਼ੂਆਂ ਦੇ ਵੱਗ ਚਾਰਨ ਦੀ ਪਰੰਪਰਾ 1962-63 ਈਸਵੀ ਤੋਂ ਮਗਰੋਂ ਤੱਕ ਵੀ ਚੱਲਦੀ ਰਹੀ ਹੈ। ਉਸ ਤੋਂ ਮਗਰੋਂ ਇਸ ਪਰੰਪਰਾ ਦੇ ਖਤਮ ਹੋ ਜਾਣ ਦਾ ਕਾਰਨ ਇਹ ਬਣਿਆ ਸੀ ਕਿਉਂਕਿ ਪਿੰਡਾਂ ਤੋਂ ਦੂਰ ਜੋ ਬੰਜਰ ਜ਼ਮੀਨ ਪਸ਼ੂਆਂ ਦੀ ਚਰਾਂਦ ਬਣਦੀ ਸੀ ਉਹ ਸਾਰੀ ਸ਼ਾਮਲਾਟ ਜਾਂ ਪੰਚਾਇਤੀ ਜ਼ਮੀਨ ਹੀ ਸੀ, ਜੋ ਮਰੱਬਾਬੰਦੀ ਹੋਣ ਵੇਲੇ ਕਿਸਾਨਾਂ ਦੇ ਬਣੇ ਵੱਡੇ ਵੱਡੇ ਟੱਕਾਂ ਦੇ ਘੇਰੇ ਵਿੱਚ ਆ ਗਈ, ਜਿਸ ਕਰਕੇ ਕਿਸਾਨਾਂ ਨੇ ਉੱਥੋਂ ਜੰਗਲ ਪੁੱਟ ਕੇ ਤੇ ਘਾਹ ਨੂੰ ਖਤਮ ਕਰਕੇ ਖੇਤ ਬਣਾ ਲਏ। ਇੰਜ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਰਾਂਦਾਂ ਦਾ ਭੋਗ ਵੀ ਪੈ ਗਿਆ। ਹੁਣ ਚਰਾਂਦਾ ਨਾ ਰਹਿਣ ਕਰਕੇ ਵੱਗ ਛੱਡਣ ਦੀ ਪਰੰਪਰਾ ਵੀ ਖਤਮ ਹੋ ਗਈ। ਵੱਗ ਛੱਡਣ ਦੀ ਪਰੰਪਰਾ ਨਾਲ ਬਾਗੀਆਂ ਜੋ ਗਰੀਬੀ ਹੁੰਦੇ ਸਨ ਪਸ਼ੂਆਂ ਵਾਲੇ ਘਰਾਂ 'ਤੇ ਥੋੜ੍ਹਾ ਥੋੜ੍ਹਾ ਆਟਾ, ਦਾਣੇ, ਰੋਟੀਆਂ ਜਾਂ ਪੈਸੇ ਮਿਲ ਜਾਂਦੇ ਹੁੰਦੇ ਸਨ, ਜਿਸ ਨਾਲ ਉਹਨਾਂ ਦੀ ਵੀ ਰੋਜ਼ੀ ਰੋਟੀ ਤੁਰਦੀ ਰਹਿੰਦੀ ਸੀ। ਇਸ ਪਰੰਪਰਾ ਦੇ ਖਤਮ ਹੋਣ ਨਾਲ ਬਾਗੀਆਂ ਦਾ ਹੀ ਨੁਕਸਾਨ ਹੀ ਨਹੀਂ ਹੋਇਆ, ਸਗੋਂ ਉਸ ਵੱਗ ਵਿੱਚ ਜਿਹੜੀਆਂ ਦੁੱਧ ਦੇਣੋਂ ਹੱਡੀਆਂ, ਤੋਕੜ ਜਾਂ ਫੰਡਰ ਗਾਈਆਂ ਜਾਂ ਵੱਡੀਆਂ ਵੱਡੀਆਂ ਵੱਛੀਆਂ ਸ਼ਾਮਲ ਹੁੰਦੀਆਂ ਸਨ, ਉਹ ਵੀ ਨਵੇਂ ਦੁੱਧ ਹੋ ਜਾਂਦੀਆਂ ਸੀ ਤੇ ਉਹਨਾਂ ਦੇ ਮਾਲਕ ਪਰਿਵਾਰਾਂ ਨੂੰ ਇਹ ਪਸ਼ੂ ਸਾਨਾਂ ਤੱਕ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸੀ ਕਿਉਂਕਿ ਇੱਕ ਦੋ ਸਾਨ ਵੀ ਇਸ ਵੱਗ ਵਿੱਚ ਹਰ ਰੋਜ਼ ਸ਼ਾਮਲ ਹੁੰਦੇ ਰਹਿੰਦੇ ਸਨ। ਪਸ਼ੂਆਂ ਜਾਂ ਵੱਗ ਚਾਰਨ ਦੀ ਪ੍ਰਥਾ ਹੋ ਸਕਦਾ ਹੈ ਆਦਿ ਕਾਲ ਤੋਂ ਹੀ ਸ਼ੁਰੂ ਹੋ ਗਈ ਹੋਵੇਗੀ। ਇਸ ਬਾਰੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਫੋਟੋਆਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਵੀ ਗਾਈਆਂ ਦੇ ਨੇੜੇ ਬੰਸਰੀ ਵਜਾ ਰਹੇ ਦਿਸਦੇ ਹਨ। ਗੁਰੂ ਨਾਨਕ ਦੇਵ ਜੀ ਨੂੰ ਬਚਪਨ ਵੇਲੇ ਪਸ਼ੂ ਚਾਰਨ ਲਾਇਆ ਗਿਆ ਸੀ। ਰਾਂਝਾ ਵੀ ਹੀਰ ਦੇ ਪਰਿਵਾਰ ਵੱਲੋਂ ਰੱਖੇ ਪਸ਼ੂ ਚਾਰਦਾ ਰਿਹਾ ਸੀ। ਦੋਨੋਂ ਦੇ ਇਸ ਇਲਾਕੇ ਵਿੱਚ ਹੁਣ ਵੀ ਕੋਈ ਆਪੋ ਆਪਣੇ ਪਸ਼ੂਆਂ ਨੂੰ ਚਾਰਦਾ ਹੈ, ਪਰ ਭੇਡਾਂ, ਬੱਕਰੀਆਂ ਦੇ ਇੱਜੜ ਤੇ ਗੁੱਜਰਾਂ ਦੇ ਪਸ਼ੂ ਹੁਣ ਵੀ ਚਰਦੇ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਇਸ ਧਰਤੀ ਉੱਤੇ ਬਹੁਤ ਸਾਰੇ ਸੱਭਿਆਚਾਰ ਉਤਪੰਨ ਹੋਏ, ਵਧੇ ਫੁੱਲੇ ਤੇ ਖਤਮ ਹੋ ਕੇ ਅਲੋਪ ਹੁੰਦੇ ਰਹੇ। ਫਸਲ ਨੂੰ ਬਾੜ ਕਰਨੀ। ਪੁਰਾਣੇ ਸਮੇਂ ਵੇਲੇ ਕਿਸਾਨ ਆਪਣੀ ਫਸਲ ਦੀ ਹਰ ਵੇਲੇ ਰਾਖੀ ਨਹੀਂ ਕਰ ਸਕਦੇ ਸਨ ਤੇ ਛੋਟੇ ਛੋਟੇ ਖੇਤ ਦੂਰ ਤੱਕ ਹੋਣ ਕਰਕੇ ਹਰ ਖੇਤ ਵਿੱਚ ਬੀਜੀ ਫਸਲ ਨੂੰ ਜੰਗਲੀ ਪਸ਼ੂਆਂ, ਵੱਗ ਵਿਚਲਿਆਂ ਪਸ਼ੂਆਂ, ਬੱਕਰੀਆਂ ਤੇ ਭੇਡਾਂ ਦੇ ਵੱਡੇ ਵੱਡੇ ਇੱਜੜਾਂ ਤੋਂ ਸੁਰੱਖਿਅਤ ਰੱਖਣਾ ਔਖਾ ਹੀ ਨਹੀਂ, ਅਸੰਭਵ ਵੀ ਹੁੰਦਾ ਸੀ। ਖਾਸ ਕਰਕੇ ਉਹਨਾਂ ਖੇਤਾਂ ਦੀਆਂ ਫਸਲਾਂ ਨੂੰ ਜਿਹੜੇ ਖੇਤ ਦੂਰ ਜਾਂ ਰਾਹਾਂ ਦੇ ਨੇੜੇ ਤੇ ਪਿੰਡ ਦੇ ਨਾਲ ਹੁੰਦੇ ਸੀ। ਉਸ ਖੇਤ ਦੀ ਫਸਲ ਨੂੰ ਰਾਹ ਵਿੱਚੋਂ ਦੀ ਲੰਘਣ ਵਾਲੇ ਇੱਜੜ ਜਾਂ ਵੱਗ ਖੇਤ ਦੇ ਅੱਧ ਤੱਕ ਵੀ ਪਹੁੰਚ ਹੀ ਜਾਂਦੇ ਤੇ ਫਸਲ ਖਾ ਕੇ ਉਜਾੜ ਦਿੰਦੇ ਸਨ, ਜਿਸ ਤੋਂ ਤੰਗ ਆ ਕੇ ਕਿਸਾਨ ਬਾਗੀਆਂ ਤੇ ਆਜੜੀਆਂ ਤੋਂ ਦੁਖੀ ਹੋ ਕੇ ਕੰਡਿਆਲੇ ਰੁੱਖਾਂ ਜਿਵੇਂ ਬੇਰੀਆਂ, ਮਲਿਆਂ, ਫਲਾਈਆਂ ਤੇ ਕਿੱਕਰਾਂ ਜੋ ਜੰਗਲ ਵਿੱਚ ਆਮ ਹੀ ਹੁੰਦੀਆਂ ਸਨ ਨਾਲੋਂ ਕੁਲਾੜੀ ਜਾਂ ਢਾਂਗੀ ਨਾਲ ਵੱਡੇ ਵੱਡੇ ਛਾਪੇ ਵੱਢਦਾ ਤੇ ਵੱਡੀ ਸਾਰੀ ਖੇਤੀ ਬਣਾ ਕੇ ਤੇ ਆਪਣੇ ਸਿਰ ਉੱਪਰ ਖੇਸ ਦਾ ਝੁੰਡ ਬਣਾ ਕੇ ਰੱਖਦਾ ਤੇ ਸਲੰਗ ਦੀ ਮਦਦ ਨਾਲ ਛਾਪਿਆਂ ਦੀ ਖੇਤੀ ਸਿਰ ਉੱਪਰ ਰੱਖ ਕੇ ਬਾੜ ਕਰਨ ਵਾਲੀ ਥਾਂ ਪਹੁੰਚ ਜਾਂਦਾ ਸੀ ਤੇ ਖੇਤ ਦੇ ਰਾਹ ਵਾਲੇ ਪਾਸੇ ਰੰਬੇ ਨਾਲ ਥੋੜ੍ਹੀ ਥੋੜ੍ਹੀ ਦੂਰੀ 'ਤੇ ਛਾਪੇ ਗੱਡਣ ਵਾਸਤੇ ਟੋਏ ਕੱਢ ਕੇ ਉਹਨਾਂ ਵਿੱਚ ਕੰਡਿਆਲੇ ਛਾਪੇ ਖੜੇ ਕਰਕੇ ਮਿੱਟੀ ਨਾਲ ਟੋਆ ਪੂਰ ਕਰਕੇ ਵਾੜ ਖੜੀ ਕਰ ਦਿੰਦਾ ਸੀ। ਇਹ ਵਾੜ ਹੀ ਐਸਾ ਸਾਧਨ ਹੁੰਦੀ ਸੀ ਜੋ ਪੁਰਾਣੇ ਸਮਿਆਂ ਵੇਲੇ ਕਿਸਾਨ ਦੀ ਜਾਨ ਤੋਂ ਪਿਆਰੀ ਫਸਲ ਦੀ ਰਾਖੀ ਕਰਕੇ ਉਜੜਨ ਤੋਂ ਬਚਾਉਂਦੀ ਹੁੰਦੀ ਸੀ। ਉਹਨਾਂ ਵੇਲਿਆਂ ਵੇਲੇ ਇਕੱਲੇ ਕਹਿਰੇ ਖੇਤ ਦੀ ਫਸਲ ਨੂੰ ਬਚਾਉਣ ਵਾਸਤੇ ਉਸ ਖੇਤ ਦੇ ਚਾਰੇ ਪਾਸੇ ਵਾੜ ਕਰਨੀ ਪੈ ਜਾਂਦੀ ਸੀ ਅਤੇ ਉਸ ਖੇਤ ਨੂੰ ਪਾਣੀ ਦੇਣ ਜਾਂ ਹੋਰ ਕਿਸੇ ਕੰਮ ਵਾਸਤੇ ਅੰਦਰ ਜਾਣ ਤੇ ਬਾਹਰ ਆਉਣ ਵਾਸਤੇ ਇੱਕ ਲਾਂਘਾ ਵੀ ਰੱਖਿਆ ਜਾਂਦਾ ਸੀ, ਜਿੱਥੇ ਚੁੱਕੇ ਜਾ ਸਕਣ ਵਾਸਤੇ ਛਾਪੇ ਰੱਖੇ ਜਾਂਦੇ ਸੀ ਜਾਂ ਅੰਗਰੇਜ਼ੀ ਦੇ ਵਰਨਮਾਲਾ ਵਾਲੇ ਅੱਖਰ ਐਚ ਵਾਲੀ ਸ਼ਕਲ ਦਾ ਲੱਕੜੀਆਂ ਦੀ ਬੱਲੀਆਂ ਦਾ ਚੁਗਾਠਾ ਜਿਹਾ ਬਣਵਾ ਕੇ ਕੱਢ ਦਿੱਤਾ ਜਾਂਦਾ ਸੀ, ਜਿਸ ਨੂੰ ਟਾਪੂ ਕਿਹਾ ਜਾਂਦਾ ਸੀ। ਉਸ ਦੇ ਉੱਤੋਂ ਦੀ ਕਿਸਾਨ ਤਾਂ ਅੰਦਰ ਜਾ ਸਕਦਾ ਸੀ, ਪਰ ਪਸ਼ੂ ਨੂੰ ਉਹ ਟੱਪਣਾ ਮੁਸ਼ਕਲ ਹੁੰਦਾ ਸੀ।
ਵੈਸੇ ਭੇਡਾਂ ਬੱਕਰੀਆਂ ਵਾਲਿਆਂ ਨੇ ਵੀ ਆਪਣੇ ਇੱਜੜਾਂ ਦੀ ਰਾਤ ਵੇਲੇ ਰਾਖੀ ਵਾਸਤੇ ਖੇਤ ਦੀ ਵਾੜ ਵਾਂਗੂ ਵਾੜੇ ਬਣਾਏ ਹੋਏ ਹੁੰਦੇ ਸਨ, ਜਿੱਥੇ ਰਾਤ ਵੇਲੇ ਉਹਨਾਂ ਦੇ ਪਸ਼ੂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੁੰਦੇ ਸਨ। ਅੱਜ ਕੱਲ੍ਹ ਕੰਡਿਆਲੇ ਰੁੱਖ ਖਤਮ ਹੋ ਜਾਣ ਕਰਕੇ ਵਾੜਾਂ ਤੇ ਵਾੜਿਆਂ ਵਾਲਾ ਸੱਭਿਆਚਾਰ ਵੀ ਖਤਮ ਹੋ ਕੇ ਅਲੋਪ ਹੋ ਚੁੱਕਿਆ। ਸਿਰਫ ਯਾਦਾਂ ਹੀ ਬਾਕੀ ਨੇ। ਹੁਣ ਕਿਸੇ ਕਿਸੇ ਥਾਂ ਉੱਤੇ ਲੋਹੇ ਦੇ ਐਂਗਲ ਕੱਢ ਕੇ ਲੋਹੇ ਦੀ ਹੀ ਬਣੀ ਕੰਡਿਆਲੀ ਤਾਰ ਲੱਗੀ ਹੋਈ ਦੇਖਣ ਨੂੰ ਮਿਲ ਜਾਂਦੀ ਹੈ, ਜੋ ਬਹੁਤ ਮਹਿੰਗਾ ਸੌਦਾ ਹੁੰਦੀ ਹੈ। ਪੁਰਾਣੇ ਸਮੇਂ ਤੋਂ ਹਰ ਕਿਸਮ ਦਾ ਬਣਿਆ ਸੱਭਿਆਚਾਰ ਕਈ ਵਾਰ ਸੋਧਾਂ ਹੋ ਕੇ ਬਦਲਦਾ ਆ ਰਿਹਾ ਹੈ ਤੇ ਪੁਰਾਣਾ ਅਲੋਪ ਹੁੰਦਾ ਜਾਂਦਾ ਹੈ। ਨਵੇਂ ਸੋਧੇ ਹੋਏ ਸੱਭਿਆਚਾਰ ਨੂੰ ਫਿਰ ਮੁੜ ਕੇ ਸੋਧ ਕੇ ਬਦਲਿਆ ਜਾਂਦਾ ਹੈ। ਇਸ ਤਰ੍ਹਾਂ ਬਹੁਤ ਵਾਰ ਹੋ ਚੁੱਕਾ ਹੈ, ਜੋ ਸੁਧਾਰ ਤੇ ਵਿਕਾਸ ਦਾ ਸੂਚਕ ਹੈ। ਬਾਕੀ ਅਗਲੇ ਭਾਗ ਵਿੱਚ।